ਹੈਲੋ ਫਰੈਂਡਸ, ਕਿੱਦਾਂ ਹੋ ਸਾਰੇ? ਉਮੀਦ ਕਰਦਾ ਵਧੀਆ ਹੋਵੋਗੇ। ਵੈਲਕਮ ਹੈ ਤੁਹਾਡਾ ਪੰਜਾਬ ਜੀਕੇ ਸੀਰੀਜ਼ ਦੇ ਵਿੱਚ, ਜਿਹਦੇ ਵਿੱਚ ਆਪਾਂ ਇੱਕ ਨਵਾਂ ਟੌਪਿਕ ਆਪਣਾ ਸ਼ੁਰੂ ਕੀਤਾ ਹੋਇਆ ਹੈ, ਸਿੱਖ ਧਰਮ ਦੇ 10 ਗੁਰੂ। ਜਿਹਦੇ ਵਿੱਚ ਆਪਾਂ ਵੇਖਿਆ ਸੀਗਾ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ, ਉਹਨਾਂ ਦੇ ਜੀਵਨ ਬਾਰੇ ਪੜ੍ਹਿਆ ਸੀਗਾ। ਜਨਮ ਤੋਂ ਲੈ ਕੇ ਜੋਤੀ ਜੋਤ ਤੱਕ ਪੜ੍ਹਿਆ ਸੀਗਾ ਆਪਾਂ। ਅੱਜ ਦੀ ਆਪਣੀ ਇਸ ਕਲਾਸ ਦੇ ਵਿੱਚ ਆਪਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ, ਜਿਹੜੇ ਜੀਵਨ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਬਣਦੇ ਨੇ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਉਹ ਆਪਾਂ ਵੇਖਾਂਗੇ। 1469 ਤੋਂ 1539 ਜਿਹੜਾ ਇਹਨਾਂ ਦਾ ਜੀਵਨ ਕਾਲ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ। ਸਿੱਖ ਧਰਮ ਦੇ ਮੋਢੀ, ਸੰਸਥਾਪਕ ਜਾਂ ਪਹਿਲੇ ਗੁਰੂ ਜਿਹੜੇ ਸੀਗੇ ਉਹ ਗੁਰੂ ਨਾਨਕ ਦੇਵ ਜੀ ਸੀਗੇ। ਇਹ ਆਪਾਂ ਪਿਛਲੀ ਕਲਾਸ ਦੇ ਵਿੱਚ ਪੜ੍ਹਿਆ ਸੀਗਾ। ਆਪਣੀ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਇਹਨਾਂ ਦੇ ਜੀਵਨ ਨਾਲ ਸੰਬੰਧਿਤ ਜਿਹੜੇ ਤੱਥ ਨੇ, ਉਹਨਾਂ ਦੇ ਵਿੱਚੋਂ ਕਿਹੜੇ ਮਹੱਤਵਪੂਰਨ ਪ੍ਰਸ਼ਨ ਜਿਹੜੇ ਬਣ ਸਕਦੇ ਨੇ ਉਹ ਆਪਾਂ ਕਰਾਂਗੇ। ਤਾਂ ਚਲੋ ਬਿਨਾਂ ਦੇਰ ਕੀਤੇ ਆਪਾਂ ਵੱਧਦੇ ਹਾਂ ਆਪਣੇ ਟੌਪਿਕ ਦੇ ਵੱਲ ਅਤੇ ਸ਼ੁਰੂ ਕਰਦੇ ਹਾਂ ਆਪਣੇ ਅੱਜ ਦੇ MCQ ਕੁਐਸਚਨ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ। ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ MCQs ਕਰਦੇ ਹਾਂ ਆਪਾਂ। ਤਾਂ ਆਪਣਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਪਹਿਲਾ ਪ੍ਰਸ਼ਨ ਹੈਗਾ ਆਪਣਾ, ਜਿਹੜਾ ਕਿ ਮੈਂ ਤੁਹਾਨੂੰ ਕੱਲ੍ਹ ਪਹਿਲੀ ਕਲਾਸ ਦੇ ਸ਼ੁਰੂ ਦੇ ਵਿੱਚ ਹੀ ਦੱਸਤਾ ਸੀਗਾ ਅਤੇ ਅੱਜ ਵੀ ਰਿਪੀਟ ਕੀਤਾ ਸੀ ਕਿ ਸਿੱਖ ਧਰਮ ਦੇ ਜਿਹੜੇ ਮੋਢੀ ਨੇ, ਸਿੱਖ ਧਰਮ ਦੇ ਮੋਢੀ ਉਹ ਕੌਣ ਨੇ? ਤਾਂ ਉਹ ਨੇ ਆਪਣੇ ਸ਼੍ਰੀ ਗੁਰੂ ਨਾਨਕ ਦੇਵ ਜੀ। ਆਪਾਂ ਪਹਿਲਾਂ ਆਪਣੀ ਕਲਮ ਲੈ ਲੈਂਦੇ ਹਾਂ, ਕਲਮ ਨਾਲ ਸਟਾਰਟ ਕਰਾਂਗੇ ਆਪਾਂ। ਤਾਂ ਆਪਣੀ ਕਲਮ ਆ ਚੁੱਕੀ ਹੈ। ਤਾਂ ਪਹਿਲਾ ਪ੍ਰਸ਼ਨ ਹੈ ਆਪਣਾ, ਸਿੱਖ ਧਰਮ ਦੇ ਮੋਢੀ ਕੌਣ ਨੇ? ਤਾਂ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਜਾਂਦਾ ਹੈ, ਕਿਉਂਕਿ ਸਿੱਖ ਧਰਮ ਦੀ ਸਥਾਪਨਾ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀਗੀ। ਦੂਜਾ ਪ੍ਰਸ਼ਨ ਹੈ ਆਪਣਾ, ਸਿੱਖ ਧਰਮ ਦੇ ਬਾਨੀ ਕਹਿ ਲਓ, ਸੰਸਥਾਪਕ ਕਹਿ ਲਓ, ਜਾਂ ਪਹਿਲੇ ਗੁਰੂ ਕਹਿ ਲਓ, ਜਾਂ ਮੋਢੀ ਕਹਿ ਲਓ। ਇਹ 4 ਤਰ੍ਹਾਂ ਦੇ ਕੁਐਸਚਨ ਬਣਦੇ ਨੇ ਗੁਰੂ ਜੀ ਨਾਲ ਸੰਬੰਧਿਤ। ਤਾਂ ਇਹ ਚਾਰਾਂ ਦਾ ਆਨਸਰ ਇੱਕੋ ਹੋਏਗਾ, ਸ਼੍ਰੀ ਗੁਰੂ ਨਾਨਕ ਦੇਵ ਜੀ। ਠੀਕ ਹੈ, ਤਾਂ ਇਹ ਤੁਸੀਂ ਧਿਆਨ ਰੱਖਣਾ। ਅਗਲਾ ਪ੍ਰਸ਼ਨ ਆਪਣਾ ਦੂਜਾ, ਪੰਜਾਬ ਵਿੱਚ ਭਗਤੀ ਅੰਦੋਲਨ ਦਾ ਸੰਸਥਾਪਕ ਕੌਣ ਸੀਗਾ? ਤਾਂ ਪੰਜਾਬ ਵਿੱਚ ਭਗਤੀ ਅੰਦੋਲਨ ਦੇ ਸੰਸਥਾਪਕ ਜਿਹੜੇ ਸੀਗੇ ਗੁਰੂ ਨਾਨਕ ਦੇਵ ਜੀ ਸੀਗੇ। ਤਾਂ ਇਹ ਤੁਸੀਂ ਵੇਖ ਸਕਦੇ ਹੋ SSC 1998 ਦੇ ਵਿੱਚ ਆਇਆ ਹੈ। ਤਾਂ ਇਹ ਜਿਹੜਾ ਹੈ ਆਪਣਾ ਇਲੈਕਸ਼ਨ ਕਾਨੂੰਗੋ ਜਿਹੜਾ 2021 ਦੇ ਵਿੱਚ ਹੋਇਆ, ਉਹਦੇ ਵਿੱਚ ਵੀ ਇਹ ਕੁਐਸਚਨ ਜਿਹੜਾ ਰਿਪੀਟ ਹੋ ਚੁੱਕਿਆ ਹੈ। ਤੁਸੀਂ ਧਿਆਨ ਰੱਖਣਾ, ਇੱਥੇ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਬਣਨਗੇ। ਅਗਲਾ ਪ੍ਰਸ਼ਨ ਹੈ ਆਪਣਾ ਸਿੱਖ ਧਰਮ। ਤੀਜਾ ਪ੍ਰਸ਼ਨ ਹੈ, ਸਿੱਖ ਧਰਮ ਦਾ ਸੰਸਥਾਪਕ ਕੌਣ ਸੀ? ਇਹ ਸੇਮ ਉਹੀ ਕੁਐਸਚਨ ਬਣ ਗਿਆ। ਤਾਂ ਸਿੱਖ ਧਰਮ ਦੇ ਸੰਸਥਾਪਕ ਆਪਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਸੀਗੇ। ਅਗਲਾ ਪ੍ਰਸ਼ਨ ਹੈ ਆਪਣਾ, ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਬਿਕਰਮੀ ਸੰਵਤ ਵਿੱਚ ਹੋਇਆ ਸੀਗਾ? ਤਾਂ ਮੈਂ ਤੁਹਾਨੂੰ ਕੱਲ੍ਹ ਵਾਲੀ ਕਲਾਸ ਦੇ ਵਿੱਚ ਹੀ ਇਹ ਬਹੁਤ ਜ਼ੋਰ ਦੇ ਕੇ ਕਿਹਾ ਸੀਗਾ ਕਿ ਸੰਵਤ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਕਿ ਕੰਪੀਟੀਸ਼ਨ ਬਹੁਤ ਹਾਰਡ ਹੈ। ਕੁਐਸਚਨ ਜਿਹੜਾ ਹੈ ਘੁਮਾ ਫਿਰਾ ਕੇ ਬਣਾਇਆ ਜਾ ਸਕਦਾ ਹੈ ਟਫ ਕਰਨ ਵਾਸਤੇ। ਤਾਂ ਇੱਥੇ ਸੰਵਤ ਜਿਹੜਾ ਹੈ ਇਹ ਪੁੱਛਿਆ ਆਪਾਂ ਨੂੰ, ਸਨ ਨਹੀਂ ਪੁੱਛਿਆ। ਸਨ ਜੇਕਰ ਪੁੱਛਿਆ ਹੁੰਦਾ ਤਾਂ 1469 ਈਸਵੀ ਆਪਣਾ ਸਹੀ ਹੋ ਜਾਂਦਾ, ਪਰ ਆਪਾਂ ਨੂੰ ਇੱਥੇ ਸੰਵਤ ਪੁੱਛਿਆ। ਇਹ ਧਿਆਨ ਰੱਖਣਾ, ਸੰਵਤ ਆਪਣਾ ਆਏਗਾ 1526। 1526 ਜਿਹੜਾ ਹੈ ਆਪਣਾ ਸੰਵਤ ਹੈ। ਅਗਲਾ ਪ੍ਰਸ਼ਨ ਹੈ ਆਪਣਾ ਪੰਜਵਾਂ, ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ? ਤਾਂ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਜਿਹੜਾ ਮੁਗਲ ਸ਼ਾਸਕ ਸੀਗਾ ਤਾਂ ਉਹ ਸੀ ਆਪਣਾ ਬਾਬਰ। ਜਿਹੜਾ ਆਪਸ਼ਨ ਜਿਹੜਾ ਆਪਣਾ B ਆਪਸ਼ਨ ਇਹ ਠੀਕ ਹੋ ਜਾਏਗਾ। ਅਤੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਅਤਿਆਚਾਰਾਂ ਨੂੰ ਵੇਖ ਕੇ ਇੱਕ ਆਪਣੀ ਰਚਨਾ ਲਿਖੀ ਸੀ, ਕੱਲ ਹੋਈ ਕਲਕੱਤੇ। ਇਸ ਤਰ੍ਹਾਂ ਦੀ ਸੀਗੀ, ਪੂਰੀ ਯਾਦ ਨਹੀਂ ਹੈ ਮੈਨੂੰ। ਤਾਂ ਇਸ ਤਰੀਕੇ ਨਾਲ ਬਾਬਰ ਦੇ ਅਤਿਆਚਾਰਾਂ ਦੇ ਖਿਲਾਫ ਜਿਹੜਾ ਹੈ, ਜਾਂ ਖਿਲਾਫ ਕਹਿ ਲਓ, ਜਾਂ ਬਾਬਰ ਦੇ ਅਤਿਆਚਾਰਾਂ ਨੂੰ ਦੇਖ ਕੇ ਤਰਸ ਖਾ ਕੇ ਜਿਹੜੀ ਹੈ ਉਹਦੇ ਬਰਬਰਤਾ ਦੇ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਇਹ ਰਚਨਾ ਲਿਖੀ ਸੀਗੀ। ਅਤੇ ਅਗਲਾ ਪ੍ਰਸ਼ਨ ਆਪਣਾ, ਮਿੱਟੀ ਧੁੰਦ ਜਗ ਚਾਨਣ ਹੋਇਆ, ਸਤਿਗੁਰ ਨਾਨਕ ਪ੍ਰਗਟਿਆ। ਇਹ ਸ਼ਬਦ ਕਿਸ ਨੇ ਫਰਮਾਏ ਹਨ? ਤਾਂ ਇਹ ਭਾਈ ਗੁਰਦਾਸ ਜੀ ਨੇ ਫਰਮਾਏ ਨੇ।
ਅਕਸਰ ਆਪਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਅਤੇ ਆਪਾਂ ਟਿਕ ਕਰ ਦਿੰਦੇ ਹਾਂ ਗੁਰੂ ਨਾਨਕ ਦੇਵ ਜੀ, ਪਰ ਇੱਥੇ ਤੁਹਾਨੂੰ ਦੱਸਦਾ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਬਾਰੇ ਲਿਖਿਆ ਗਿਆ ਹੈ। ਪਰ ਲਿਖਿਆ ਕਿਸ ਨੇ? ਭਾਈ ਗੁਰਦਾਸ ਜੀ ਨੇ ਲਿਖਿਆ। ਕਿਹਾ ਕਿਹਦੇ ਬਾਰੇ ਹੈ ਇਸ ਲਾਈਨ ਦੇ ਵਿੱਚ ਕਿ ਸਤਿਗੁਰੂ ਨਾਨਕ ਜਿਹੜਾ ਪ੍ਰਗਟਿਆ, ਕਿਹਦੇ ਬਾਰੇ ਕਿਹਾ ਗਿਆ? ਤਾਂ ਨਾਨਕ ਦੇਵ ਜੀ ਦੇ ਬਾਰੇ ਲਿਖਿਆ। ਜਦੋਂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀਗਾ ਉਸ ਸਮੇਂ ਭਾਈ ਗੁਰਦਾਸ ਜੀ ਨੇ ਜੋ ਹੈ ਇਹ ਲਾਈਨਾਂ ਲਿਖੀਆਂ ਸੀਗੀਆਂ। ਇਹ ਲਾਈਨਾਂ ਗੁਰੂ ਨਾਨਕ ਦੇਵ ਜੀ ਦੀਆਂ ਨਹੀਂ ਨੇ, ਬਲਕਿ ਗੁਰੂ ਨਾਨਕ ਦੇਵ ਜੀ ਦੇ ਬਾਰੇ ਨੇ, ਗੁਰੂ ਨਾਨਕ ਦੇਵ ਜੀ ਦੇ ਬਾਰੇ ਨੇ। ਇਸ ਲਈ ਇੱਥੇ ਸਹੀ ਆਨਸਰ ਆਪਣਾ ਭਾਈ ਗੁਰਦਾਸ ਜੀ ਹੋ ਜਾਏਗਾ। ਸਤਿਗੁਰੂ ਨਾਨਕ ਪ੍ਰਗਟਿਆ ਜੋ ਹੈ ਮਿੱਟੀ ਧੁੰਦ ਜਗ ਚਾਨਣ ਹੋਆ। ਠੀਕ ਹੈ, ਤਾਂ ਅੱਗੇ ਵਧਦੇ ਹਾਂ ਆਪਣੀ MCQ ਸੀਰੀਜ਼ ਦੇ 7ਵੇਂ ਪ੍ਰਸ਼ਨ ਦੇ ਵੱਲ। ਤਾਂ 7ਵਾਂ ਪ੍ਰਸ਼ਨ ਆਪਣਾ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀਗਾ? ਇਹ ਵੀ ਤੁਹਾਨੂੰ ਮੈਂ ਦੱਸਿਆ ਸੀਗਾ, ਸ੍ਰੀ ਮਹਿਤਾ ਕਾਲੂ, ਅਤੇ ਪੂਰਾ ਨਾਂ ਸੀਗਾ ਸ੍ਰੀ ਮਹਿਤਾ ਕਲਿਆਣ ਦਾਸ। ਠੀਕ ਹੈ, ਸ੍ਰੀ ਮਹਿਤਾ ਕਾਲੂ ਆਪਣਾ ਓੜਾ ਆਪਸ਼ਨ ਜਿਹੜਾ ਹੈ ਠੀਕ ਹੋ ਜਾਏਗਾ। 8ਵਾਂ ਪ੍ਰਸ਼ਨ ਹੈ ਆਪਣਾ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਂ ਕੀ ਸੀ? ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਂ ਤੁਹਾਨੂੰ ਦੱਸਿਆ ਸੀਗਾ ਤ੍ਰਿਪਤਾ ਦੇਵੀ ਸੀ। ਤ੍ਰਿਪਤਾ ਦੇਵੀ ਜੋ ਹੈ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਂ ਸੀਗਾ ਤ੍ਰਿਪਤਾ ਦੇਵੀ। ਅਗਲਾ ਪ੍ਰਸ਼ਨ ਹੈ ਇੱਥੇ ਆਪਣਾ ਸੀ ਆਪਸ਼ਨ ਠੀਕ ਹੋ ਜਾਏਗਾ, ਤ੍ਰਿਪਤਾ ਦੇਵੀ। 9ਵਾਂ ਪ੍ਰਸ਼ਨ ਆਪਣਾ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ? ਤਾਂ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਇਹ ਤੁਹਾਨੂੰ ਮੈਂ ਕੱਲ੍ਹ ਹੀ ਦੱਸਿਆ ਸੀਗਾ ਕਿ ਉਦਾਸੀਆਂ ਦਾ ਅਰਥ ਕੀ ਹੈ, ਇਹ ਪੁੱਛਿਆ ਜਾ ਸਕਦਾ ਅਤੇ ਇਹ ਕੁਐਸਚਨ ਦੇ ਵਿੱਚ ਇੱਥੇ ਪੁੱਛਿਆ ਵੀ ਗਿਆ ਹੋਇਆ ਕਿ ਯਾਤਰਾਵਾਂ ਕਿਸ ਨੂੰ ਕਿਹਾ? ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕੀ ਕਿਹਾ ਗਿਆ? ਉਦਾਸੀਆਂ ਕਿਹਾ ਗਿਆ। ਜੇ ਇੱਥੇ ਕਿਹਾ ਜਾਵੇ ਕਿ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਵਿੱਚ ਉਦਾਸੀਆਂ ਦਾ ਕੀ ਮਤਲਬ ਹੈ, ਤਾਂ ਯਾਤਰਾਵਾਂ ਹੋਣਗੀਆਂ। ਠੀਕ ਹੈ, ਇਹ ਤੁਸੀਂ ਧਿਆਨ ਰੱਖਣਾ। ਇਸ ਤਰੀਕੇ ਦੇ ਨਾਲ ਕੁਐਸਚਨ ਬਣਨਗੇ। 10ਵਾਂ ਪ੍ਰਸ਼ਨ ਆਪਣਾ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਸੀਗਾ? ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਸੀਗਾ? ਇਹ ਤੁਹਾਨੂੰ ਦੱਸਿਆ ਸੀਗਾ ਕਰਤਾਰਪੁਰ ਜਿਹੜਾ ਹੈ ਇੱਥੇ ਇੱਕ ਤਾਂ ਆਪਣਾ ਜਲੰਧਰ ਦੇ ਵਿੱਚ ਹੈਗਾ, ਇਹ ਤਾਂ ਅਜੋਕੇ ਪੰਜਾਬ ਦੇ ਵਿੱਚ ਹੈ, ਇਹ ਨਹੀਂ ਵਸਾਇਆ ਸੀਗਾ, ਧਿਆਨ ਰੱਖਣਾ। ਇਹ ਕਰਤਾਰਪੁਰ ਜਿਹੜਾ ਹੈ ਪਾਕਿਸਤਾਨ ਵਾਲਾ ਇਹਨਾਂ ਨੇ ਵਸਾਇਆ ਸੀਗਾ, ਸ਼ੇਖੂਪੁਰਾ ਜ਼ਿਲ੍ਹਾ ਵਾਲਾ। ਠੀਕ ਹੈ, ਪਾਕਿਸਤਾਨ ਦੇ ਵਿੱਚ ਜੋ ਕਰਤਾਰਪੁਰ ਹੈਗਾ ਉਹ ਵਸਾਇਆ ਸੀਗਾ, ਨਾ ਕਿ ਜਲੰਧਰ ਵਾਲਾ। ਠੀਕ ਹੈ, ਇਹ ਤੁਸੀਂ ਧਿਆਨ ਰੱਖਣਾ, ਕਨਫਿਊਜ਼ ਨਹੀਂ ਹੋਣਾ ਇੱਥੇ। ਇਹ ਤੁਹਾਨੂੰ ਕੱਲ੍ਹ ਹੀ ਮੈਂ ਕਲੀਅਰ ਕਰਤਾ ਸੀਗਾ ਪਿਛਲੀ ਕਲਾਸ ਦੇ ਵਿੱਚ ਵੀ। ਅਗਲਾ ਪ੍ਰਸ਼ਨ ਆਪਣਾ ਸੰਗਤ ਨਾਮਕ ਸੰਸਥਾ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੀ? ਤਾਂ ਆਪਾਂ ਪੜ੍ਹਿਆ ਸੀਗਾ ਸੰਗਤ ਤੇ ਪੰਗਤ ਦੀ ਸਥਾਪਨਾ ਜਿਹੜੀ ਹੈ, ਸੰਗਤ ਤੇ ਪੰਗਤ ਸਿੱਖ ਧਰਮ ਦਾ ਯੋਗਦਾਨ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਦੇ ਯੋਗਦਾਨ ਦੇ ਵਿੱਚ ਕੀ ਹਿੱਸਾ ਪਾਇਆ। ਉੱਥੇ ਆਪਾਂ ਪੜ੍ਹਿਆ ਸੀਗਾ ਸੰਗਤ ਤੇ ਪੰਗਤ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ। ਤਾਂ ਕਿਹੜੇ ਗੁਰੂ ਨੇ ਸ਼ੁਰੂ ਕੀਤੀ? ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ। ਆਪਣਾ B ਆਪਸ਼ਨ ਠੀਕ ਹੋ ਜਾਏਗਾ, ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ। ਇਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਆਪਣੀ 12ਵੇਂ ਪ੍ਰਸ਼ਨ ਦੇ ਵੱਲ। ਤਾਂ 11ਵਾਂ ਕੁਐਸਚਨ ਆਪਾਂ ਵੇਖ ਲਿਆ ਕਿ ਸੰਗਤ ਨਾਮਕ ਸੰਸਥਾ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀਗੀ। 12ਵਾਂ ਪ੍ਰਸ਼ਨ ਹੈ ਆਪਣਾ ਪੰਗਤ ਨਾਮਕ ਸੰਸਥਾ ਦੀ ਸਥਾਪਨਾ ਕਿਸ ਨੇ ਕੀਤੀ ਸੀਗੀ? ਤਾਂ ਸੰਗਤ ਤੇ ਪੰਗਤ ਆਪਾਂ ਵੇਖਿਆ ਸੀਗਾ ਜਦੋਂ ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਦਾ ਗੁਰੂ ਜੀ ਬਾਰੇ ਪੜ੍ਹਿਆ ਸੀਗਾ ਆਪਾਂ, ਗੁਰੂ ਨਾਨਕ ਦੇਵ ਜੀ ਬਾਰੇ ਪਿਛਲੀ ਕਲਾਸ ਦੇ ਵਿੱਚ। ਤਾਂ ਗੁਰੂ ਨਾਨਕ ਦੇਵ ਜੀ ਨੇ ਸੰਗਤ ਤੇ ਪੰਗਤ ਦੋਵੇਂ ਸ਼ੁਰੂ ਕੀਤੀਆਂ ਸੀਗੀਆਂ। ਆਪਣਾ ਇਹੜਾ ਆਪਸ਼ਨ ਜਿਹੜਾ ਠੀਕ ਹੋ ਜਾਏਗਾ। 13ਵਾਂ ਪ੍ਰਸ਼ਨ ਆਪਣਾ ਕਰਤਾਰਪੁਰ ਪਾਕਿਸਤਾਨ ਕਿਹੜੇ ਦਰਿਆ ਦੇ ਕੰਢੇ 'ਤੇ ਸਥਿਤ ਹੈਗਾ? ਤਾਂ ਇਹ ਕਰਤਾਰਪੁਰ ਪਾਕਿਸਤਾਨ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀਗਾ, ਅੱਜ ਜੋ ਪਾਕਿਸਤਾਨ ਦੇ ਵਿੱਚ ਹੈ ਉਹ ਰਾਵੀ ਨਦੀ ਦੇ ਕੰਢੇ 'ਤੇ ਹੈ। ਤਾਂ ਰਾਵੀ ਦਰਿਆ ਜਿਹੜਾ ਹੈਗਾ ਉਹ ਪਾਕਿਸਤਾਨ ਦਾ ਜੋ ਹਿੱਸਾ ਹੈਗਾ, ਪਾਕਿਸਤਾਨ ਦੇ ਵਿੱਚ ਅੱਧਾ ਵਹਿੰਦਾ ਹੈ ਰਾਵੀ। ਆਪਣੇ ਅਜੋਕੇ ਪੰਜਾਬ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਏਰੀਏ ਦੇ ਵਿੱਚੋਂ ਹੁੰਦਾ ਹੋਇਆ ਇਹ ਅੰਮ੍ਰਿਤਸਰ ਦੇ ਵਿੱਚੋਂ ਲੰਘਦਾ ਹੋਇਆ ਥੋੜ੍ਹਾ ਜਿਹਾ ਇਹ ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਅਤੇ ਪਾਕਿਸਤਾਨ ਦੇ ਵਿੱਚ ਜਿਹੜਾ ਇਹ ਸ਼ੇਖੂਪੁਰਾ ਜ਼ਿਲ੍ਹੇ ਦੇ ਵਿੱਚ ਜਾਂਦਾ ਹੈ। ਤਾਂ ਉੱਥੇ ਕਰਤਾਰਪੁਰ ਜਿਹੜਾ ਹੈ ਇਹ ਸ਼ਹਿਰ, ਇਹ ਨਗਰ ਜਿਹੜਾ ਹੈ ਰਾਵੀ ਨਦੀ ਦੇ ਕੰਢੇ ਦੇ ਉੱਤੇ ਵਸਾਇਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਸਾਇਆ ਸੀਗਾ ਰਾਵੀ ਨਦੀ ਦੇ ਕੰਢੇ 'ਤੇ। ਅਗਲਾ ਪ੍ਰਸ਼ਨ ਹੈ ਆਪਣਾ 14 ਨੰਬਰ ਕੁਐਸਚਨ, ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦਾ ਕੀ ਨਾਂ ਸੀ? ਜਾਂ ਕਿੰਨੇ ਜਿਹੜੇ ਨਾਂ ਸੀਗੇ ਉਹ ਕੀ ਸੀਗੇ? ਗੁਰੂ ਨਾਨਕ ਦੇਵ ਜੀ ਦੇ 2 ਪੁੱਤਰ ਸੀਗੇ, ਇਹ ਤਾਂ ਤੁਹਾਨੂੰ ਪਹਿਲਾਂ ਦੱਸਤਾ, ਕੱਲ੍ਹ ਵੀ ਦੱਸਿਆ ਸੀਗਾ। ਅਤੇ ਕੀ ਨਾਂ ਸੀਗਾ ਉਹਨਾਂ ਦਾ? ਏਡੀ ਆਪਸ਼ਨ ਠੀਕ ਹੋ ਜਾਏਗਾ। ਸ਼੍ਰੀ ਚੰਦ ਅਤੇ ਲਖਮੀ ਚੰਦ ਜਿਹੜੇ ਨੇ ਇਹਨਾਂ ਦੇ 2 ਪੁੱਤਰ ਸੀਗੇ, ਸ਼੍ਰੀ ਚੰਦ ਅਤੇ ਲਖਮੀ ਚੰਦ। ਇਹ ਨਾਂ ਤੁਸੀਂ ਯਾਦ ਰੱਖਣੇ ਆ, ਪੇਪਰ ਦੇ ਵਿੱਚ ਬਹੁਤ ਵਾਰ ਪੁੱਛੇਗਾ ਜਾ ਚੁੱਕੇ ਹੈਗੇ ਆ। ਸ਼੍ਰੀ ਚੰਦ ਅਤੇ ਲਖਮੀ ਚੰਦ ਇਹ ਗੁਰੂ ਨਾਨਕ ਦੇਵ ਜੀ ਦੇ 2 ਪੁੱਤਰ ਸੀਗੇ। ਚਲੋ ਅੱਗੇ ਵਧਦੇ ਹਾਂ ਆਪਾਂ।
ਅਗਲਾ ਪ੍ਰਸ਼ਨ ਹੈ ਆਪਣਾ 15 ਨੰਬਰ, ਜਪਜੀ ਸਾਹਿਬ ਕਿਸ ਦੀ ਰਚਨਾ ਹੈ? ਤਾਂ ਜਪਜੀ ਸਾਹਿਬ ਇੱਥੇ ਜਾਪ ਸਾਹਿਬ ਨਹੀਂ ਹੈ। ਜਾਪ ਸਾਹਿਬ ਜੇਕਰ ਗੱਲ ਆਏਗੀ ਇਹ ਆਪਣੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਠੀਕ ਹੈ, ਜਾਪ ਸਾਹਿਬ। ਇੱਥੇ ਜਪਜੀ ਸਾਹਿਬ ਹੈਗੀ ਹੈ, ਇਹ ਧਿਆਨ ਰੱਖਣਾ, ਜਪਜੀ ਸਾਹਿਬ। ਤਾਂ ਜਪਜੀ ਸਾਹਿਬ ਹੈਗੀ ਹੈ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈਗੀ ਹੈ ਜਪਜੀ ਸਾਹਿਬ। ਅਗਲਾ ਪ੍ਰਸ਼ਨ ਹੈ ਆਪਣਾ, ਸਹੀ ਜੋੜ ਜਿਹੜੇ ਹੈ ਉਹ ਬਣਾਉਣੇ ਨੇ। ਪਹਿਲੀ ਉਦਾਸੀ ਜਿਹੜੀ ਹੈਗੀ ਹੈ ਗੁਰੂ ਜੀ ਕਿੱਥੇ ਕਿੱਥੇ ਗਏ, ਇਹ ਤੁਹਾਨੂੰ ਮੈਂ ਦੱਸਿਆ ਸੀਗਾ। ਸਥਾਨਾਂ ਦੇ ਨਾਂ ਜਿਹੜੇ ਹੈਗੇ ਆ ਉਹ ਦੇ ਕੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਕਿਹੜਾ ਸਥਾਨ ਜਿਹੜਾ ਹੈ ਕਿਹੜੀ ਉਦਾਸੀ ਦੇ ਨਾਲ ਸੰਬੰਧਿਤ ਹੈ। ਤਾਂ ਇਹ ਕੁਐਸਚਨ ਤੁਹਾਡਾ ਆ ਚੁੱਕਿਆ, ਤੁਸੀਂ ਮਿਲਾਨ ਕਰਨਾ ਹੈ। ਠੀਕ ਹੈ, ਇਹ ਡਾਇਰੈਕਟ ਵੀ ਪੁੱਛਿਆ ਜਾ ਸਕਦਾ ਹੈ ਕਿ ਪਹਿਲੀ ਉਦਾਸੀ ਦੇ ਨਾਲ ਸੰਬੰਧਿਤ ਸਥਾਨ ਕਿਹੜਾ ਹੈ। 4 ਸਥਾਨ ਦੇ ਦਿੱਤੇ ਜਾਣਗੇ, ਤੁਸੀਂ ਉਹਦਾ ਆਨਸਰ ਜਿਹੜਾ ਹੈ ਦੇਣਾ ਹੋਏਗਾ। ਪਰ ਇੱਥੇ ਤੁਹਾਨੂੰ ਮਿਲਾਨ ਕਰਨ ਵਾਸਤੇ ਦੱਸਿਆ ਹੋਇਆ ਹੈ। ਤਾਂ ਇੱਥੇ ਆਪਾਂ ਮਿਲਾਉਂਦੇ ਹਾਂ ਕਿ ਪਹਿਲੀ ਉਦਾਸੀ ਦੇ ਸਮੇਂ ਗੁਰੂ ਜੀ ਕਿੱਥੇ ਗਏ ਸੀਗੇ? ਹਰਿਦੁਆਰ ਗਏ ਸੀਗੇ। ਦੂਜੀ ਉਦਾਸੀ ਦੇ ਸਮੇਂ ਕਿੱਥੇ ਗਏ? ਦੂਜੀ ਉਦਾਸੀ ਦੇ ਸਮੇਂ ਗਏ ਸੀ ਗੁਰੂ ਜੀ ਸ਼੍ਰੀਲੰਕਾ। ਤੀਜੀ ਉਦਾਸੀ ਦੇ ਸਮੇਂ ਕਿੱਥੇ ਗਏ ਗੁਰੂ ਜੀ? ਤਾਂ ਉਹ ਗਏ ਸੀਗੇ ਆਪਣੇ ਅਮਰਨਾਥ। ਤੇ ਚੌਥੀ ਉਦਾਸੀ ਦੇ ਸਮੇਂ ਕਿੱਥੇ ਗਏ ਸੀਗੇ? ਮੱਕਾ ਮਦੀਨਾ। ਤਾਂ ਇਹ ਆਪਣਾ ਕਿਹੜਾ ਆਪਸ਼ਨ ਠੀਕ ਹੋ ਜਾਏਗਾ? ਆਪਣਾ ਜਿਹੜਾ ਹੈ ਇਹ ਈੜੀ ਆਪਸ਼ਨ ਜਿਹੜਾ ਹੈ ਇਹ ਠੀਕ ਹੋ ਜਾਏਗਾ। ਪਹਿਲੇ ਦਾ ਸੱਸਾ, ਦੂਜੇ ਦਾ ਈੜੀ, ਤੀਜੇ ਦਾ ਐੜਾ ਤੇ ਚੌਥੇ ਦਾ ਊੜਾ। ਠੀਕ ਹੈ, ਇਸ ਤਰੀਕੇ ਦੇ ਨਾਲ ਆਪਾਂ ਇਹ ਕੁਐਸਚਨ ਜਿਹੜੇ ਕੀਤੇ ਸੀਗੇ। ਤੁਸੀਂ ਉੱਥੇ ਸਥਾਨ ਜਿਹੜੇ ਯਾਦ ਰੱਖਣੇ ਕਿ ਉਦਾਸੀਆਂ ਦੇ ਦੌਰਾਨ ਗੁਰੂ ਜੀ ਕਿੱਥੇ ਕਿੱਥੇ ਗਏ, ਪਹਿਲੀ ਉਦਾਸੀ ਦੌਰਾਨ ਕਿੱਥੇ ਕਿੱਥੇ ਗਏ, ਦੂਜੀ ਦੇ ਉਦਾਸੀ ਦੇ ਦੌਰਾਨ ਕਿੱਥੇ ਕਿੱਥੇ ਗਏ। ਇਸ ਤਰੀਕੇ ਦੇ ਨਾਲ ਤੁਸੀਂ ਯਾਦ ਰੱਖਣਾ ਤੇ ਨੋਟਸ ਜ਼ਰੂਰ ਬਣਾ ਲੈਣੇ ਤੇ ਉਹਨੂੰ ਰੱਟਾ ਚਾੜ ਲੈਣਾ ਇੱਕ ਤਰੀਕੇ ਦਾ। 17 ਨੰਬਰ ਕੁਐਸਚਨ ਹੈਗਾ ਆਪਣਾ, ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀਗਾ? ਜੋ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਸੀਗੀਆਂ ਉਹਨਾਂ ਦਾ ਮੁੱਖ ਉਦੇਸ਼ ਕੀ ਸੀਗਾ? ਤਾਂ ਉਹਨਾਂ ਦਾ ਸੀਗਾ ਆਪਣੇ ਆਤਮ ਗਿਆਨ ਦਾ ਪ੍ਰਚਾਰ ਕਰਨਾ। ਜੋ ਉਹਨਾਂ ਦਾ ਆਤਮ ਗਿਆਨ ਸੀਗਾ, ਜੋ ਉਹਨਾਂ ਦਾ ਅਨੁਭਵ ਸੀਗਾ, ਉਸ ਦਾ ਪ੍ਰਚਾਰ ਕਰਨਾ ਹੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਜਿਹੜਾ ਮੁੱਖ ਉਦੇਸ਼ ਸੀਗਾ। ਠੀਕ ਹੈ, ਤਾਂ ਇਹੜਾ ਆਪਸ਼ਨ ਠੀਕ ਹੋ ਜਾਏਗਾ ਆਪਣਾ। 18 ਨੰਬਰ ਕੁਐਸਚਨ ਹੈ ਆਪਣਾ, ਕੀਰਤਨ ਦੀ ਪ੍ਰਥਾ ਕਿਸ ਨੇ ਸ਼ੁਰੂ ਕੀਤੀ? ਤਾਂ ਕੀਰਤਨ ਦੀ ਪ੍ਰਥਾ ਕਿਸ ਨੇ ਸ਼ੁਰੂ ਕੀਤੀ? ਗੁਰੂ ਨਾਨਕ ਦੇਵ ਜੀ ਨੇ ਕੀਰਤਨ ਦੀ ਪ੍ਰਥਾ ਸ਼ੁਰੂ ਕੀਤੀ ਸੀਗੀ। ਜਦੋਂ ਉਹ ਧਰਮਸ਼ਾਲਾ ਦੇ ਵਿੱਚ ਇੱਕ ਗੁਰਦੁਆਰਾ ਵਰਗੀ ਸੰਸਥਾ ਬਣਾ ਕੇ ਉਹ ਕੀਰਤਨ ਕਰਿਆ ਕਰਦੇ ਸੀਗੇ ਆਪਣੀ ਸੰਗਤ ਦੇ ਨਾਲ। ਤਾਂ ਗੁਰੂ ਨਾਨਕ ਦੇਵ ਜੀ ਨੇ ਜੋ ਹੈ ਕੀਰਤਨ ਦੀ ਪ੍ਰਥਾ ਜੋ ਹੈ ਸ਼ੁਰੂ ਕੀਤੀ ਸੀਗੀ। ਚਲੋ ਅੱਗੇ ਵਧਦੇ ਆਪਾਂ ਆਪਣੀ ਸੀਰੀਜ਼ ਦੇ 19ਵੇਂ ਪ੍ਰਸ਼ਨ ਵੱਲ। 18 ਨੰਬਰ ਕੁਐਸਚਨ ਆਪਾਂ ਵੇਖ ਲਿਆ, ਕੀਰਤਨ ਦੀ ਪ੍ਰਥਾ ਜੋ ਹੈ ਕਿਸ ਨੇ ਸ਼ੁਰੂ ਕੀਤੀ? ਉਹ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀਗੀ। 19 ਨੰਬਰ ਕੁਐਸਚਨ ਹੈ ਆਪਣਾ, ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੇ ਸਥਾਨ 'ਤੇ ਹੋਈ? ਤਾਂ ਗੁਰੂ ਨਾਨਕ ਦੇਵ ਜੀ ਨੂੰ ਕਾਲੀ ਬੇਈ ਜਿਹੜੀ ਨਦੀ ਸੀਗੀ ਉਸ ਦੇ ਵਿੱਚ ਗਿਆਨ ਦੀ ਪ੍ਰਾਪਤ ਹੋਈ ਸੀ। ਤੇ ਆਪਾਂ 6ਵੀਂ ਕਲਾਸ ਤੋਂ ਲੈ ਕੇ 10ਵੀਂ ਤੱਕ ਪੜ੍ਹਿਆ ਹੈ ਕਿ ਗੁਰੂ ਜੀ ਹੈ 3 ਦਿਨ ਤੱਕ ਬੇਈ ਨਦੀ ਦੇ ਵਿੱਚ ਅਲੋਪ ਰਹੇ ਸੀਗੇ। ਤੇ ਜਦੋਂ ਉਹ ਪ੍ਰਗਟੇ ਤਾਂ ਉਹਨਾਂ ਦੇ ਮੂੰਹ 'ਚੋਂ ਨਿਕਲਿਆ ਨਾ ਕੋਈ ਹਿੰਦੂ ਨਾ ਕੋਈ ਮੁਸਲਿਮ। ਇਹ ਆਪਾਂ 6ਵੀਂ ਤੋਂ 10ਵੀਂ ਤੱਕ ਪੜ੍ਹਿਆ ਹੋਇਆ। ਤਾਂ ਉਪਦੇਸ਼ ਵੀ ਦੇ ਦਿੱਤਾ ਸੀਗਾ ਗੁਰੂ ਜੀ ਨੇ। 3 ਦਿਨ ਬਾਅਦ ਜਦੋਂ ਉਹ ਪ੍ਰਗਟ ਹੋਏ ਤਾਂ 3 ਦਿਨ ਕਾਲੀ ਬੇਈ ਨਦੀ ਦੇ ਵਿੱਚ ਉਹ ਅਲੋਪ ਰਹੇ ਸੀਗੇ। ਅਗਲਾ ਪ੍ਰਸ਼ਨ ਆਪਣਾ, ਗੁਰੂ ਨਾਨਕ ਦੇਵ ਜੀ ਨੇ ਆਪਣੀ ਯਾਤਰਾਵਾਂ ਦੀ ਸ਼ੁਰੂਆਤ ਕਿਹੜੇ ਸਥਾਨ ਤੋਂ ਕੀਤੀ ਸੀਗੀ? ਯਾਤਰਾਵਾਂ ਦੀ ਸ਼ੁਰੂਆਤ ਜਦੋਂ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀਗੀ ਉਹ ਕਿਹੜੇ ਸਥਾਨ 'ਤੇ ਸੀਗੀ? ਜਦੋਂ ਉਹਨਾਂ ਨੇ ਸ਼ੁਰੂ ਕੀਤਾ ਤਾਂ ਉਹਨਾਂ ਨੇ ਸੈਯਦਪੁਰ ਤੋਂ ਸ਼ੁਰੂ ਕੀਤੀ ਸੀ। ਠੀਕ ਹੈ, ਉਦਾਸੀਆਂ ਦੀ ਸ਼ੁਰੂਆਤ ਕਿੱਥੋਂ ਸ਼ੁਰੂ ਕੀਤੀ ਜਾਂ ਯਾਤਰਾਵਾਂ ਦੀ ਸ਼ੁਰੂਆਤ ਕਿੱਥੋਂ ਕੀਤੀ? ਤਾਂ ਸੈਯਦਪੁਰ ਤੋਂ ਸ਼ੁਰੂ ਕੀਤੀ ਸੀ। ਆਪਣਾ ਈਡੀ ਆਪਸ਼ਨ ਠੀਕ ਹੋ ਜਾਏਗਾ, ਸੈਯਦਪੁਰ। 21 ਨੰਬਰ ਕੁਐਸਚਨ ਆਪਣਾ, ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਕੀ ਕਿਹਾ ਜਾਂਦਾ ਹੈ? ਤਾਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਵਿੱਚ ਜਿਹੜੇ ਵਿਸ਼ਵਾਸ ਰੱਖਦੇ ਨੇ ਲੋਕ ਉਹਨਾਂ ਨੂੰ ਆਪਾਂ ਊੜਾ ਆਪਸ਼ਨ ਠੀਕ ਹੋ ਜਾਏਗਾ, ਸਿੱਖ ਕਿਹਾ ਜਾਂਦਾ ਹੈ। ਜੋ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਉਹਨਾਂ ਨੂੰ ਸਿੱਖ ਕਿਹਾ ਜਾਂਦਾ ਹੈ। ਊੜਾ ਆਪਸ਼ਨ ਆਪਣਾ ਠੀਕ ਹੋ ਜਾਏਗਾ। 22ਵਾਂ ਪ੍ਰਸ਼ਨ ਆਪਣਾ, ਗੁਰੂ ਗੱਦੀ ਦੀ ਪਰੰਪਰਾ ਨੂੰ ਕਿਸ ਨੇ ਸ਼ੁਰੂ ਕੀਤਾ? ਗੁਰੂ ਗੱਦੀ ਦੀ ਜਿਹੜੀ ਪਰੰਪਰਾ ਹੈ ਉਸ ਨੂੰ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀਗਾ, ਜਿਹੜੀ ਕਿ ਅੱਗੇ ਉਹਨਾਂ ਨੇ ਆਪਣੇ ਅੰਤਿਮ ਸਮੇਂ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ ਸੀਗੀ। ਅਗਲਾ ਪ੍ਰਸ਼ਨ ਹੈ 23ਵਾਂ ਆਪਣਾ, ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅਖੀਰਲਾ ਸਮਾਂ ਕਿੱਥੇ ਬਤੀਤ ਕੀਤਾ ਸੀਗਾ? ਤਾਂ ਕਰਤਾਰਪੁਰ ਦੇ ਵਿਖੇ। ਕਰਤਾਰਪੁਰ ਇਹ ਪਾਕਿਸਤਾਨ ਵਾਲਾ ਹੈ। ਠੀਕ ਹੈ, ਧਿਆਨ ਰੱਖਣਾ, ਪਾਕਿਸਤਾਨ ਕਰਤਾਰਪੁਰ ਦੇ ਵਿੱਚ ਇਹਨਾਂ ਨੇ ਅਖੀਰਲਾ ਸਮਾਂ ਜਿਹੜਾ ਬਤੀਤ ਕੀਤਾ ਸੀਗਾ। 24 ਨੰਬਰ ਪ੍ਰਸ਼ਨ ਆਪਣਾ, ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾਏ? ਗੁਰੂ ਨਾਨਕ ਦੇਵ ਜੀ ਜੋ ਹੈ
ਉਹ ਕਦੋਂ ਜੋਤੀ ਜੋਤ ਸਮਾਏ ਸੀਗੇ? ਇਹ 1539 ਈਸਵੀ ਦੇ ਵਿੱਚ, ਸੰਵਤ ਨਹੀਂ ਹੈ ਇਹ, 1539 ਈਸਵੀ ਦੇ ਵਿੱਚ ਜੋਤੀ ਜੋਤ ਸਮਾਏ ਸੀਗੇ। चौवीवां प्रश्न आप वेख लिया कि गुरु नानक देव जी जोड़े ने वो ज्योति जोत कदों समाए? तो 1539 के ईस्वी के समाए थे ज्योति जोत। 25 नंबर क्वेश्चन है, मलिक भागो कौन सी? मलिक भागो एक अमीर सी, ठीक है, ना तो वो ठग सीगे, ना वो डाकू सी, ना वो तरखान सी, वो सीगे एक अमीर। तो ईडी ऑप्शन अपना ठीक हो जाएगा। 26 नंबर प्रश्न अपना, भाई लालो कौन सी? भाई लालो ना ठग सी, ना डाकू सी, ना अमीर सी, वो तरखान सी, ठीक है। भाई लालो एक तरखान सी, भाई लालो तरखान सी, ये तुसी याद रखना है, भाई लालो तरखान सी। तरखान अपना सस्सा ऑप्शन ठीक हो जाएगा, डी ऑप्शन। 27 नंबर प्रश्न अपना, मलिक भागो दे भाई लालो नाल गुरु नानक देव जी की मुलाकात कित्थे हुई? मलिक भागो दे भाई जड़े लालो सीगे नाल गुरु जी की मुलाकात कित्थे हुई सी? तो सैयदपुर, जिथे उन्होंने अपनियां उदासियां शुरू कीतियां सी गुरु नानक देव जी ने, वो सैयदपुर दे विच ही उन्हां दी मुलाकात जिहड़ी है भाई लालो दे नाल हुई सी। अगला प्रश्न 28वां अपना, सज्जन कौन सीगा? सज्जन जो सीगा वो एक ठग सीगा, ठीक है, ठग सी सज्जन। 29 नंबर क्वेश्चन है अपना, कामरूप नामक प्रदेश का आधुनिक नाम की है? तो कामरूप नामक प्रदेश जिहड़ा हैगा ये असम नूं कहा जाता सीगा पहला। कामरूप जिहड़ा है असम जिहड़ा अपना हुण राज हैगा भारत दे विच जो राज हैगा असम, उसनूं कामरूप के नाम नाल जाणिया जांदा सीगा पहला। ये तुसीं याद रखना, आधुनिक नाम जिहड़ा हैगा कामरूप का ये असम है। अगला प्रश्न अपना 30 नंबर, सज्जन नामक ठग दी गुरु नानक देव जी के नाल मुलाकात किहड़े स्थान पर हुई सी? तो सज्जन नामक जिहड़ा अपना ठग सीगा ये जिहड़ा है ये तलुंबा नामक स्थान पर गुरु नानक देव जी नूं मिलिया सीगा। तलुंबा नामक स्थान पर गुरु नानक देव जी नूं मिलिया सी, तलुंबा नामक स्थान पर। 31 नंबर क्वेश्चन है अपना, गोरखमता नामक स्थान का आधुनिक नाम की है? गोरखमता जिहड़ा नामक स्थान है इसका आधुनिक नाम की है? तो गोरखमता का जिहड़ा आधुनिक नाम है वो है नानक मता। नानक मता कहा जाता गोरखमता नूं अजकल। 32 नंबर प्रश्न अपना, मानस की जात सब एक पहचानबो, ये शब्द किहड़े महान पुरख दे हन? तो ये मानस की जात सब एक पहचान को जिहड़े शब्द ने ये अपने गुरु गोबिंद सिंह जी की रचना दे है, ये गुरु नानक देव जी नाल संबंधित नहीं ने। ये मानस की जात सब एक पहचानबो गुरु गोबिंद सिंह की रचना दे भाग ने, ठीक है। 33 नंबर प्रश्न अपना, सब तो पहला किहड़े व्यक्ति नूं गुरु नानक देव जी का चेला बनने का माण हासिल होया? तो सब तो पहला गुरु नानक देव जी के चेले कौन बने सीगे? तो वो भाई बाला जी सीगे, जिहड़े गुरु नानक देव जी के पहले चेले बने सीगे, सब तो पहला चेले बने सीगे भाई बाला जी, भाई बाला जी। सी ऑप्शन ठीक हो जाएगा, एडी। 34 नंबर क्वेश्चन है अपना, गुरुद्वारा नामक संस्था की स्थापना किसने की सी? तो गुरुद्वारा नामक संस्था की स्थापना जी है गुरु नानक देव जी ने की सी। जो आप पढ़िया सीगा धर्मशालावां ते गुरुद्वारा बना के गुरु गोबिंद सिंह गुरु नानक देव जी ने वो कीर्तन करते सीगे ते संगत ते पंगत की प्रथा जी इन्होंने चलाई हुई सी। 35 नंबर प्रश्न अपना, ना कोई हिंदू ना कोई मुस्लिम, ये वाक किहड़े धर्म नाल संबंधित हैं? इत्थे धर्म पूछ लिया, ना कोई हिंदू ना कोई मुस्लिम, ये गुरु नानक देव जी ने कहे सीगे शब्द ते सिख धर्म के नाल ये संबंधित शब्द ने, ये तुसीं ध्यान रखना है। 36 नंबर क्वेश्चन है अपना, गुरु नानक देव जी अनुसार मनुखी जीवन का अंतिम उद्देश्य की होना चाहिए? तो गुरु नानक देव जी ने कहा सीगा अपना अंतिम उद्देश्य जिहड़ा हैगा जीवन का अंतिम उद्देश्य ये सचखंड की प्राप्ति होना है, सच्चे परमात्मा की प्राप्ति, सचखंड की प्राप्ति जिहड़ा है जीवन का अंतिम उद्देश्य होना चाहिए। 37 नंबर प्रश्न हैगा, एक नूर ते सब जग उपजया, एक नूर ते सब जग उपजया, कौन भला कौन मंदे? ये शब्द किस महापुरख दे ने? ये भगत कबीर दे ने, ठीक है, ये भगत कबीर दे शब्द ने, गुरु नानक देव जी दे नहीं ने। ये भगत कबीर दे शब्द ने, एक नूर ते सब जग उपजया, कौन भला कौन मंदे? भगत कबीर दे शब्द ने। 38 नंबर क्वेश्चन है अपना, गुरु नानक देव जी
ਕਿਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ? ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀਗਾ? ਤਾਂ ਭਾਈ ਲਹਿਣਾ ਜੀ, ਜਿਹੜੇ ਅੱਗੇ ਚੱਲ ਕੇ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ, ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ, ਉਹਨਾਂ ਨੂੰ ਅਗਲਾ ਗੁਰੂ ਜਿਹੜਾ ਸਥਾਪਿਤ ਕੀਤਾ ਸੀਗਾ। ਅਗਲਾ ਗੁਰੂ ਦੀ ਜੋ ਹੈ ਉਪਾਧੀ ਦਿੱਤੀ ਸੀ, ਉੱਤਰਾਧਿਕਾਰੀ ਬਣਾਇਆ ਸੀਗਾ ਆਪਾਂ ਨੂੰ। ਆਪਣੇ ਗੁਰੂ ਅੰਗਦ ਦੇਵ ਜੀ ਨੂੰ ਜਿਹੜਾ ਅਗਲੇ ਦੂਜੇ ਗੁਰੂ ਬਣਾਏ ਸੀਗੇ, ਆਪਣੇ ਉੱਤਰਾਧਿਕਾਰੀ ਬਣਾਇਆ ਸੀਗਾ ਗੁਰੂ ਅੰਗਦ ਦੇਵ ਜੀ ਨੂੰ। 39 ਨੰਬਰ ਪ੍ਰਸ਼ਨ ਆਪਣਾ, ਸੱਚਾ ਸੌਦਾ ਦੀ ਘਟਨਾ ਤੋਂ ਕੀ ਭਾਵ ਹੈ? ਤਾਂ ਸੱਚਾ ਸੌਦਾ ਜਦੋਂ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀਗਾ ਤਾਂ 20 ਰੁਪਏ ਜਿਹੜਾ ਹੈ 20 ਰੁਪਏ ਜਿਹੜੇ ਵਪਾਰ ਕਰਨ ਵਾਸਤੇ ਇਹਨਾਂ ਦੇ ਪਿਤਾ ਜੀ ਨੂੰ, ਜਦੋਂ ਗੁਰੂ ਨਾਨਕ ਦੇਵ ਜੀ ਨੂੰ ਇਹਨਾਂ ਦੇ ਪਿਤਾ ਜੀ ਨੇ 20 ਰੁਪਏ ਦੇ ਕੇ ਕੋਈ ਸੌਦਾ ਕਰਨ ਵਾਸਤੇ ਭੇਜਿਆ ਤਾਂ ਇਹਨਾਂ ਨੇ ਸੱਚਾ ਸੌਦਾ ਕੀਤਾ। ਅਤੇ ਉਹ ਸੱਚਾ ਸੌਦਾ ਕੀ ਸੀਗਾ ਕਿ ਭੁੱਖੇ ਸਾਧੂਆਂ ਨੂੰ ਜਿਹੜਾ ਹੈ ਭੋਜਨ ਕਰਵਾ ਦਿੱਤਾ ਸੀ ਇਹਨਾਂ ਨੇ। ਅਤੇ ਇਸੇ ਘਟਨਾ ਨੂੰ ਜਿਹੜਾ ਹੈ ਸੱਚਾ ਸੌਦਾ ਕਿਹਾ ਜਾਂਦਾ ਹੈ, ਭੁੱਖੇ ਸਾਧੂਆਂ ਨੂੰ ਭੋਜਨ ਕਰਾਉਣਾ। ਇਹੜਾ ਆਪਸ਼ਨ ਠੀਕ ਹੋ ਜਾਏਗਾ ਆਪਣਾ ਬੀ ਆਪਸ਼ਨ। ਬੀ ਆਪਸ਼ਨ ਠੀਕ ਹੋ ਜਾਏਗਾ, ਭੁੱਖੇ ਸਾਧੂਆਂ ਨੂੰ ਭੋਜਨ ਕਰਾਉਣਾ। 40 ਨੰਬਰ ਪ੍ਰਸ਼ਨ ਆਪਣਾ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਇਹ ਸ਼ਬਦ ਕਿਹੜੇ ਗੁਰੂ ਸਾਹਿਬਾਨ ਦੇ ਨੇ? ਤਾਂ ਇਹ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਨੇ। ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ, ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਨੇ। ਊੜਾ ਆਪਸ਼ਨ ਆਪਣਾ ਠੀਕ ਹੋ ਜਾਏਗਾ, ਗੁਰੂ ਨਾਨਕ ਦੇਵ ਜੀ। 41 ਨੰਬਰ ਪ੍ਰਸ਼ਨ ਆਪਣਾ, ਕਿਰਤ ਕਰਨ ਅਤੇ ਵੰਡ ਛਕਣ ਦਾ ਸਿਧਾਂਤ ਸਭ ਤੋਂ ਪਹਿਲਾਂ ਕਿਸ ਨੇ ਦਿੱਤਾ? ਤੇ ਮੈਂ ਇਹ ਪਿਛਲੀ ਕਲਾਸ ਦੇ ਵਿੱਚ ਹੀ ਤੁਹਾਨੂੰ ਦੱਸਿਆ ਸੀਗਾ, ਆਪਾਂ ਪੜ੍ਹਿਆ ਸੀਗਾ। ਤੇ ਊੜਾ ਆਪਸ਼ਨ ਠੀਕ ਹੋ ਜਾਏਗਾ, ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀਗਾ ਇਹ ਸਿਧਾਂਤ। ਸਿੱਖ ਧਰਮ ਦੇ ਵਿਕਾਸ ਦੇ ਵਿੱਚ ਯੋਗਦਾਨ ਜਦੋਂ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ ਤਾਂ ਉੱਥੇ ਆਪਾਂ ਪੜ੍ਹਿਆ ਸੀਗਾ ਕਿਰਤ ਕਰਨ ਤੇ ਵੰਡ ਛਕਣ ਦਾ ਜਿਹੜਾ ਸਿਧਾਂਤ ਦਿੱਤਾ ਸੀਗਾ ਇਹ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀਗਾ। ਆਪਣੀ ਪਿਛਲੀ ਕਲਾਸ ਦੇ ਵਿੱਚ ਹੀ ਆਪਾਂ ਪੜ੍ਹਿਆ ਸੀਗਾ, ਠੀਕ ਹੈ। ਤਾਂ 40 ਨੰਬਰ ਕੁਐਸਚਨ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਇਹ ਸ਼ਬਦ ਕਿਹੜੇ ਗੁਰੂ ਸਾਹਿਬਾਨ ਦੇ ਨੇ? ਇਹ ਆਪਾਂ ਕੁਐਸਚਨ ਜਿਹੜਾ ਰਿਪੀਟ ਹੋ ਗਿਆ, ਫਿਰ ਵੀ ਆਪਾਂ ਕਰ ਲੈਂਦੇ ਹਾਂ। ਊੜਾ ਆਪਸ਼ਨ ਠੀਕ ਹੋ ਜਾਏਗਾ, ਗੁਰੂ ਨਾਨਕ ਦੇਵ ਜੀ ਦੀ ਇਹ ਬਾਣੀ ਹੈਗੀ ਹੈ, ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ ਨੇ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। 41 ਨੰਬਰ ਕੁਐਸਚਨ ਹੈ, ਕਿਰਤ ਕਰਨ ਤੇ ਵੰਡ ਛਕਣ ਦਾ ਸਿਧਾਂਤ ਸਭ ਤੋਂ ਪਹਿਲਾਂ ਕਿਸ ਨੇ ਦਿੱਤਾ? ਤਾਂ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀਗਾ। 42 ਨੰਬਰ ਕੁਐਸਚਨ ਆਪਣਾ, ਗੁਰੂ ਨਾਨਕ ਦੇਵ ਜੀ ਦੇ ਰੱਬ ਦੀ ਪ੍ਰਾਪਤੀ ਲਈ ਕਿਹੜਾ ਮਾਰਗ ਉਚਿਤ ਦੱਸਿਆ? ਤਾਂ ਰੱਬ ਦੀ ਪ੍ਰਾਪਤੀ ਦੇ ਲਈ ਸਭ ਤੋਂ ਉਚਿਤ ਮਾਰਗ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਇਹ ਆਪਾਂ ਪਿਛਲੀ ਕਲਾਸ ਦੇ ਵਿੱਚ ਹੀ ਕਿਹਾ ਸੀਗਾ ਕਿ ਪੜ੍ਹਿਆ ਸੀਗਾ ਕਿ ਨਾਮ ਜਪਣ ਦਾ ਜਿਹੜਾ ਆਪਾਂ ਨੂੰ ਗੁਰੂ ਜੀ ਨੇ ਸਿਧਾਂਤ ਦਿੱਤਾ ਸੀਗਾ ਕਿ ਨਾਮ ਜਪੋ। ਤਾਂ ਨਾਮ ਜਪਣ ਦਾ ਮਾਰਗ ਜਿਹੜਾ ਹੈਗਾ ਇਹ ਰੱਬ ਦੀ ਪ੍ਰਾਪਤੀ ਦਾ ਜਿਹੜਾ ਸਭ ਤੋਂ ਉਚਿਤ ਮਾਰਗ ਹੈ। 43 ਨੰਬਰ ਕੁਐਸਚਨ ਹੈ ਆਪਣਾ, ਮੁਗਲ ਬਾਦਸ਼ਾਹ ਬਾਬਰ ਦੇ ਕਿਹੜੇ ਹਮਲੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਗਿਆ ਸੀਗਾ? ਤਾਂ ਮੁਗਲ ਬਾਦਸ਼ਾਹ ਦਾ ਉਹ ਕਿਹੜਾ ਹਮਲਾ ਸੀਗਾ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਗਿਆ ਸੀਗਾ? ਤਾਂ ਬਾਬਰ ਦਾ ਜਿਹੜਾ ਉਹ ਤੀਜਾ ਹਮਲਾ ਸੀਗਾ, ਇਸ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੈਦ ਕਰ ਲਿਆ ਗਿਆ ਸੀਗਾ। ਅਗਲਾ ਪ੍ਰਸ਼ਨ ਆਪਣਾ, ਗੁਰੂ ਨਾਨਕ ਦੇਵ ਜੀ ਨੂੰ ਕਿਹੜੇ ਸਥਾਨ 'ਤੇ ਕੈਦ ਕੀਤਾ ਗਿਆ ਸੀਗਾ? ਤਾਂ ਉਹ ਕਿਹੜਾ ਸਥਾਨ ਸੀਗਾ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਕੈਦ ਕੀਤਾ ਸੀਗਾ? ਤਾਂ ਉਹ ਸੈਯਦਪੁਰ ਸੀਗਾ। ਸੈਯਦਪੁਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਕੈਦ ਕਰ ਲਿਆ ਗਿਆ ਸੀਗਾ ਬਾਬਰ ਦੇ ਵੱਲੋਂ। 45 ਨੰਬਰ ਕੁਐਸਚਨ ਹੈ ਆਪਣਾ, ਮਹਾਨ ਯਾਤਰੀ ਹਿਊਨ-ਸਾਂਗ ਚੀਨੀ, ਇਹ ਚੀਨ ਤੋਂ ਆਇਆ ਸੀਗਾ ਮਹਾਨ ਯਾਤਰੀ ਹਿਊਨ-ਸਾਂਗ। ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾ ਸਕਦਾ ਹੈ, ਬਹੁਤ ਵਾਰ ਪੁੱਛਿਆ ਗਿਆ ਹੈ, SSC ਦੇ ਵਿੱਚ ਬਹੁਤ ਵਾਰ ਆ ਚੁੱਕਿਆ ਹੈ, ਰਿਪੀਟ ਹੁੰਦਾ ਰਹਿੰਦਾ ਇਹ ਕੁਐਸਚਨ ਹਰ ਵਾਰ ਕਿ ਹਿਊਨ-ਸਾਂਗ ਜਿਹੜਾ ਹੈ ਕਿਹੜੇ ਦੇਸ਼ ਤੋਂ ਆਇਆ ਸੀਗਾ? ਚੀਨ ਤੋਂ ਆਇਆ ਸੀਗਾ, ਇੱਕ ਚੀਨੀ ਯਾਤਰੀ ਸੀਗਾ, ਠੀਕ ਹੈ। ਮਹਾਨ ਯਾਤਰੀ ਹਿਊਨ-ਸਾਂਗ ਜੋ ਕਿ ਚੀਨ ਤੋਂ ਆਇਆ ਸੀ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਕਿਹੜੇ ਇਤਿਹਾਸਕਾਰ ਨੇ ਕੀਤੀ ਹੈ? ਤਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਇਸ ਦੀ ਤੁਲਨਾ ਕੀਤੀ ਹੈ ਕਿਹੜੇ ਇਤਿਹਾਸਕਾਰ ਨੇ ਕੀਤੀ ਹੈ? ਤਾਂ SS ਕੋਹਲੀ ਨੇ ਇਸ ਯਾਤਰੀ ਦੀ ਜਿਹੜੀ ਤੁਲਨਾ ਹੈ ਗੁਰੂ ਨਾਨਕ ਦੇਵ ਜੀ ਦੇ ਨਾਲ ਕੀਤੀ ਹੈ, ਠੀਕ ਹੈ, SS ਕੋਹਲੀ ਨੇ। ਤਾਂ ਇਹ ਸੀਗੀ ਆਪਣੀ ਅੱਜ ਦੀ MCQ ਸੀਰੀਜ਼। ਤੇ ਕੁਝ ਕੁਐਸਚਨ ਜਿਹੜੇ ਹੈਗੇ ਆ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਉਹ ਹਜੇ ਆਪਣੇ ਪਏ ਨੇ, ਉਹ ਆਪਾਂ ਅਗਲੀ ਕਲਾਸ ਦੇ ਵਿੱਚ ਕਰਾਂਗੇ। ਅੱਜ ਦੀ ਕਲਾਸ ਦੇ ਵਿੱਚ ਇੰਨੇ ਕੁਐਸਚਨ ਬਹੁਤ ਨੇ, ਤੁਸੀਂ ਇਹਨਾਂ ਕੁਐਸਚਨਾਂ ਨੂੰ ਜਿਹੜਾ ਹੈ ਰਿਪੀਟ ਕਰ ਲੈਣਾ। ਜੇ ਲਿਖਣਾ ਚਾਹੋ ਤਾਂ ਲਿਖ ਸਕਦੇ ਹੋ, ਜੇਕਰ ਨਹੀਂ ਲਿਖਣਾ ਚਾਹੁੰਦੇ ਤਾਂ ਇਸ ਕਲਾਸ ਨੂੰ ਤੁਸੀਂ ਵਾਰ-ਵਾਰ ਦੇਖ ਲੈਣਾ। ਇਹ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਰਿਕਾਰਡਡ ਪਈ ਮਿਲ ਜੇਗੀ, ਤੁਸੀਂ ਇੱਥੇ ਜਾ ਕੇ ਆਪਣੀ ਇਹ ਕਲਾਸ ਜਿਹੜੀ ਆ ਲਾ ਸਕਦੇ ਹੋ, ਵੇਖ ਸਕਦੇ ਹੋ, ਹਰ ਵਾਰ ਕੁਐਸਚਨ ਜਿਹੜੇ ਆ ਰਿਪੀਟ ਕਰ ਸਕਦੇ ਹੋ। ਜੇਕਰ ਕੁਛ ਨਾ ਸਮਝ ਆਵੇ ਤਾਂ ਤੁਸੀਂ ਕਮੈਂਟ ਦੇ ਵਿੱਚ ਆਪਣਾ ਜਿਹੜਾ ਹੈ ਮੈਸੇਜ ਟਾਈਪ ਕਰ ਸਕਦੇ ਹੋ।
ਜੇਕਰ ਕਲਾਸ ਵਧੀਆ ਲੱਗੇ ਤਾਂ ਵੀ ਕਮੈਂਟ ਕਰਨਾ, ਨਾ ਲੱਗੇ ਤਾਂ ਵੀ ਕਮੈਂਟ ਕਰਨਾ ਅਤੇ ਦੱਸਣਾ ਕਿ ਕੋਈ ਕਮੀ ਹੈਗੀ ਹੈ ਜਿਹਨੂੰ ਆਪਾਂ ਇੰਪਰੂਵ ਕਰ ਸਕਦੇ ਹਾਂ ਤਾਂ ਜ਼ਰੂਰ ਦੱਸਣਾ, ਆਪਾਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਆਪਣੀ ਇਸ ਕਲਾਸ ਨੂੰ। ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਅਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਇਸ ਕਲਾਸ ਨੂੰ ਜਿਹੜਾ ਹੈ ਸ਼ੇਅਰ ਕਰ ਦਿਓ ਤਾਂ ਕਿ ਆਪਣੀ YouTube ਫੈਮਿਲੀ ਜਿਹੜੀ ਹੈ ਉਹ ਇਨਕਰੀਜ਼ ਹੋ ਸਕੇ। ਅਤੇ ਫਿਰ ਮਿਲਦੇ ਹਾਂ ਆਪਾਂ ਨੈਕਸਟ ਕਲਾਸ ਦੇ ਵਿੱਚ। ਤਦ ਤੱਕ ਤੁਹਾਡਾ ਥੈਂਕ ਯੂ ਕਲਾਸ ਦੇ ਵਿੱਚ ਜੁੜੇ ਰਹਿਣ ਦੇ ਲਈ। ਧੰਨਵਾਦ।